ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂ ਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਕਾਜ ਓਆ ਕਾ ਲੇਸ ਵਾਰਿਓ, ਤਿਲ ਨਾ ਦੀਨੋ ਦੋਸ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਕਾਜ ਓਆ ਕੋ ਲੇਸ ਵਾਰਿਓ, ਤਿਲ ਨਾ ਦੀਨੋ ਦੋਸ। ਮਨ ਮੇਰੇ ਰਾਮ ਰੋ ਨਿਤ ਨੀਤ, ਦਇਆਲ ਦੇਵ ਕਿਰਪਾਲ ਗੋਬਿੰਦ। ਸੁਨ ਸੰਤਨਾ ਕੀ ਰੀਤ, ਰਹਾਉ ਚਰਨ ਤਲੈ ਉਗਾਹੇ ਬੈਸਿਓ। ਸ਼ਰਮ ਨਾ ਰਹਿਓ ਸਰੀਰ, ਮਹਾਸਾਗਰ ਨਹਿ ਵਿਆਪੈ। ਖਿਨਹਿ ਉਤਰਿਓ ਤੀਰ, ਚੰਦਨ ਅਗਨ ਅਗਰ ਕਪੂਰ ਲੇਪਨ। ਤਿਸ ਸੰਗੇ ਨਹੀਂ ਪ੍ਰੀਤ, ਬਿਸਟਾ ਮੂਤਰ ਖੋਦ ਤਿਲ ਤਿਲ। ਮਨ ਨਾ ਮਨੀ ਵਿਪਰੀਤ, ਊਚ ਨੀਚ ਵਿਕਾਰ ਸੋ ਕ੍ਰਿਤ। ਸਲਗਨ ਸਭ ਸੁਖ ਛਤਰ, ਮਿੱਤਰ ਸਤਰ ਨਾ ਕਛੂ ਜਾਣੈ।
ਸਰਬ ਜੀ ਸਮਤ। ਕਰ ਪਰਚ ਪਰ ਪ੍ਰਗਾਸ ਪਰ ਚੰਡ ਪ੍ਰਗਟਿਓ। ਅੰਧਕਾਰ ਬਿਨਾਸ਼ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ। ਮਨ ਨਾ ਭਇਓ ਬਿਖਾਦ ਸੀਤ ਮੰਦ ਸੁਗੰਧ ਚੱਲਿਓ। ਸਰਬ ਥਾਨ ਸਮਾਨ ਜਹਾਂ ਸਾ ਕਿਛ ਤਹਾਂ ਲਾਗਿਓ। ਤਿਲ ਨਾ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੈ। ਸੀਤ ਧਾਕਾ ਜਾਏ ਆਪ ਪਰ ਕਾ ਕਛ ਨ ਜਾਣੈ। ਸਦਾ ਸਹਿਜ ਸੁਭਾਏ ਚਰਨ ਸਰਣ ਸਨਾਥ ਇਹੋ ਮਨ। ਰੰਗ ਰਾਤੇ ਲਾਲ ਗੋਪਾਲ ਗੁਣ ਨਿਧ ਗਾਓ। ਨਾਨਕ ਭਏ ਪ੍ਰਭ ਕਿਰਪਾਲ ਚਰਨ ਸਰਣ ਸਨਾਥ ਇਹੋ ਮਨ। ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ। ਨਾਨਕ ਭਏ ਪ੍ਰਭ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ। ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਸੋ ਜੋ ਆਪ ਜੀ ਨੇ ਹੁਣੇ ਹੀ ਪਾਵਨ ਸ਼ਬਦ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ।
काज हुआ को ले सवारियो, तिल ना दीनो दोष। पंजवें गुरदेव शहीदां दे सरताज बाणी के बोहित धन धन साहिब श्री गुरु अर्जन देव महाराज जी साडे उत्ते बख्शिश कर रहे हैं। ये पावन शब्द सतगुरां दे पावन अंक 1017 ते सुशोभित है ते 1018 ते जाके इस पावन शब्द की समाप्ति है। धन गुरु अर्जन देव महाराज दे दीवान सजे ने। सजे हुए दीवानां विच गुरु के सिख संगतां सतगुरां नूं अनेकां प्रकार दे सवाल करते हैं कि पातशाह किरपा करके साडी शंका निवृत्त करना करो, साडे आ सवाल का उत्तर देना करो। तो जिस तरह का कोई सवाल करदा ते पातशाह उस तरह उन्होंने उत्तर दिंदे हैं। फिर सजे दीवानां विच पातशाह ने बचन कीती कि जे रब दे पर संत जन भगत जन हुंदे ने, उन्हां उत्ते उस मालक वाहिगुरू का बहुत बड़ा हथ हुंदा है। प्रभु परमात्मा ही उन्हां पासों नाम जपाउंदा, अमृत बेला अमृत बाणी नाल प्यार बख्शिश करदा है। इंज कहंदे संत जनां दे लक्षणां बाबत विचार चल रही सी। फिर सतगुरु जी नूं सिखां ने सवाल कर लिया कि पातशाह आप जी ने संत जनां दी महिमा वडियाई नूं कथन कीता है, ते किरपा करके पातशाह जी ये दसना करो संत जनां विच लक्षण किहड़े किहड़े ने, किहड़ियां किहड़ियां खूबियां ने। ते सतगुरु जी फिर रहाऊ वाली पंक्ति च सानू जो सवाल कीता उत्तर दे रहे ने। ते सतगुरु ने बखरी बखरी उदाहरण दे के समझाना कीता। इत्थे दरख्त की उदाहरण कीती है, ते सूरज की उदाहरण देना कीती है, धरती की उदाहरण देना कीती है। इस तरह गुरु सवारियो बखरियां बखरियां उदाहरण दे के सतगुरु समझाते हैं कि रब दे प्यारे संत जनां विच किहड़े किहड़े लक्षण ने। ते रहाऊ वाली पंक्ति च पातशाह बख्शिश करते ने, मेरे मन मन मेरे राम रो नित नीत, दयाल देव कृपाल गोबिंद, सुन संतना की रीत। कहते ने हे मेरे मन राम रो नित नीत, निता प्रति जिहड़ा रमंती राम वाहिगुरू है, जिहड़ा सारियां थावां ते रमिया होया है। जिस एक राम ओ जिहदे बाबत विद्वान सज्जन लिखते ने कि एक राम जो दशरथ का बेटा, एक राम जो घट घट में लेता। एक राम तो वो हो गया जिहड़ा श्री रामचंद्र जी त्रेते दे अवतार राजे दशरथ का पुत्र। कहते वो राम नहीं जिहड़ा घट घट में लेता, जिहड़ा घट घट भी समाया होया है। उस राम दी उस वाहिगुरू दी सतगुरु गल करते हैं। कहते वो जिहड़ा परमेश्वर है वाहिगुरू है, उस वाहिगुरू निता प्रति हे मेरे मना नीत निता प्रति तू उसनूं जपना कर, उन्होंने चेते कर। क्योंकि वो प्रभु विच किहड़े गुण ने, वो प्रभु दयालु है, वो देवान देव है, तो इस तरह वो कृपालु है, वो कृपा का घर है। तो गोबिंद बिंद सता तो परे है, सारी धरती का वो मालक है। कहते ने ऐसे रब दे प्यारे संत जनां दी, जिहड़े उस ऐसे प्रभु दे प्यारियां दी सुन संतना की रीत, जिहड़े उहदे संत जन नूं याद करते ने, नाम जपते ने, उन्हां संत जनां दी कहते रीति सुनना करो। उन्हां दा सुभाਅ किहो जिहा हुंदा है, किहो जिहा जीवन हुंदा है। ते सतगुरु फिर बख्शिश करते हैं, शस्त्र तीखण काट डारियो, मन ना कीनो रोस, काज उआ को ले सवारियो, तिल ना दीनो दोष। गुरु साहबान जी पहली उदाहरण दे रहे ने दरख्त की। दरख्त चाहे बावन चंदन का है,
ਚਾਹੇ ਦਰਖਤ ਗੁਰੂ ਸਰੇ ਆਮ ਦਰਖਤ ਹੈ, ਤੇ ਜਦੋਂ ਕਿਸੇ ਮਨੁੱਖ ਨੂੰ ਲੋੜ ਪੈਂਦੀ ਹੈ ਤੇ ਮਨੁੱਖ ਪਰ ਕੁਹਾੜਾ ਚੁੱਕਦਾ, ਕੁਹਾੜਾ ਚੁੱਕ ਕੇ ਉਸ ਦਰਖਤ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ, ਉਸ ਦਰਖਤ ਨੂੰ ਜੜ੍ਹਾਂ ਤੋਂ ਖਤਮ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਜਿਵੇਂ ਤਿੱਖੇ ਸ਼ਸਤਰ ਦੇ ਨਾਲ, ਕੁਹਾੜੇ ਇਤਿਆਦਿਕ ਦੇ ਨਾਲ ਕਹਿੰਦੇ ਉਸ ਦਰਖਤ ਨੂੰ ਕਹਿੰਦੇ ਕਾਟ ਡਾਰੇ ਕੱਟ ਕੇ ਸੁੱਟ ਦਿੱਤਾ। ਕਿ ਉਹ ਦਰਖਤ ਨੇ ਕਹਿੰਦੇ ਮਨ ਵਿੱਚ ਰੋਸ ਕੀਤਾ? ਸਤਿਗੁਰੂ ਕਹਿੰਦੇ ਨਹੀਂ, ਕਹਿੰਦੇ ਕਾਜ ਹੋਆ ਕੋ ਲੇਸ ਵਾਰਿਆ ਤਿਲ ਨਾ ਦੀਨੋ ਦੋਸ। ਜਿਹੜਾ ਵੱਢਣ ਵਾਲਾ ਕੱਟਣ ਵਾਲਾ ਕੱਟ ਕੇ ਲੈ ਗਿਆ, ਕਹਿੰਦੇ ਅੱਗੋਂ ਉਸ ਕੱਟਣ ਵਾਲੇ ਦੇ ਕਾਰਜ ਸਵਾਰ ਦਿੱਤੇ। ਕਿਉਂਕਿ ਇਹਦਾ ਲੱਕੜ ਦੇ ਰਾਹੀਂ ਕਿਸੇ ਦਾ ਫਰਨੀਚਰ ਬਣ ਗਿਆ, ਕਿਸੇ ਦਾ ਕੁਝ ਬਣ ਗਿਆ, ਕਿਸੇ ਦਾ ਕੁਝ ਬਣ ਗਿਆ। ਇੰਜ ਗੁਰੂ ਸਾਹਿਬ ਜਿਹੜਾ ਕੱਟ ਕੇ ਲੈ ਕੇ ਗਿਆ ਉਹਦੇ ਉਹ ਕਾਰਜ ਸਵਾਰ ਦਿੱਤੇ। ਕਹਿੰਦੇ ਜਿਵੇਂ ਉਸ ਦਰਖਤ ਨੇ ਮਨ ਵਿੱਚ ਬਿਲਕੁਲ ਦੋਸ਼ ਨਹੀਂ ਕੀਤਾ, ਗੁੱਸੇ ਨਹੀਂ ਹੋਇਆ ਦਰਖਤ, ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨਾਂ ਦੇ ਵਿੱਚ ਵੀ ਇਹ ਗੁਣ ਨੇ। ਸੰਤ ਜਨਾਂ ਨੂੰ ਗੁਰੂ ਸਾਹਿਬ ਚਾਹੇ ਕੋਈ ਮਾਰਨਾ ਕਰੇ, ਸੰਤ ਜਨਾਂ ਨੂੰ ਚਾਹੇ ਨਿੰਦਿਆ, ਉਹਨਾਂ ਦੀ ਨਿੰਦਿਆ ਕਰੀ ਜਾਵੇ, ਉਹਨਾਂ ਦੀ ਚੁਗਲੀ ਕਰੀ ਜਾਵੇ, ਉਹਨਾਂ ਦੇ ਮੁੱਖ ਉੱਤੇ ਗਾਲਾਂ ਕੱਢਣ, ਤੇ ਸੰਤ ਜਨ ਦਾ ਸੁਭਾਅ ਹੁੰਦਾ ਉਹ ਕਿਸੇ ਨੂੰ ਕੁਝ ਨਹੀਂ ਆਖਦੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਇਹ ਕੋਈ ਸਾਨੂੰ ਗਲਤ ਬੋਲ ਰਿਹਾ ਹੈ, ਸਾਡੀ ਨਿੰਦਿਆ ਕਰ ਰਿਹਾ, ਚੁਗਲੀ ਕਰ ਰਿਹਾ ਹੈ, ਇਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹਨਾਂ ਵਿੱਚ ਪਰਮਾਤਮਾ ਵਾਹਿਗੁਰੂ ਬੈਠਾ ਹੋਇਆ, ਉਹ ਪਰਮਾਤਮਾ ਦੀ ਸਾਰੀ ਖੇਡ ਹੈ। ਕਿਉਂਕਿ ਉਹਨਾਂ ਗੁਰਮੁਖ ਜਨਾਂ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ, ਹਰ ਇੱਕ ਜੀਵ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਵੇਖਦੇ ਹਨ। ਉਹਨਾਂ ਦੀ ਅਵਸਥਾ ਇਹੋ ਜਿਹੀ ਹੁੰਦੀ, ਜੋ ਸਤਿਗੁਰੂ ਬਚਨ ਕਰਦੇ ਨੇ ਕਿ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਬੋਲਦਾ ਨਹੀਂ ਹੈ। ਇਸ ਕਰਕੇ ਸੰਤ ਜਨਾਂ ਨੂੰ ਸਤਿਗੁਰੂ ਜੀ ਨੇ ਪਰਉਪਕਾਰੀ ਆਖ ਦਿੱਤਾ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਹੁਣ ਸਤਿਗੁਰੂ ਜੀ ਨੇ ਇਹ ਆਖ ਦਿੱਤਾ ਸੰਤ ਜਨ ਪਰਉਪਕਾਰੀ ਹਨ, ਜੰਮਣ ਮਰਨ ਤੋਂ ਰਹਿਤ ਹਨ। ਤੇ ਸੰਤ ਜਨ, ਸੰਤ ਹੈ ਕੌਣ ਹੈ? ਸੰਤ ਹੈ ਕੌਣ ਹੈ? ਸੰਤ ਵਿੱਚ ਗੁਣ ਕਿਹੜੇ ਕਿਹੜੇ ਨੇ? ਤੇ ਅਸਲ ਵਿੱਚ ਸੰਤ ਆਪਣੇ ਨਾਮ ਨਾਲ ਸੰਤ ਸ਼ਬਦ ਲਗਵਾ ਲੈਣਾ ਸੌਖਾ ਹੈ, ਪਰ ਸੰਤ ਬਣਨਾ ਬੜਾ ਔਖਾ ਹੈ ਗੁਰੂ ਸਵਾਰਿਓ। ਪਹਿਲਾ ਗੁਣ ਸੰਤ ਵਿੱਚ, ਸੰਤ ਦੇ ਵਿਦਵਾਨਾਂ ਨੇ ਅਰਥ ਕੀਤੇ ਨੇ, ਜਿਹਦੇ ਅੰਦਰ ਬਿਲਕੁਲ ਸ਼ਾਂਤੀ ਵਰਤ ਗਈ। ਸੱਸੇ ਅੱਖਰ ਤੋਂ ਜਿਹਦੇ ਅੰਦਰ ਬਿਲਕੁਲ ਸ਼ਾਂਤੀ ਵਰਤ ਗਈ। ਪਹਿਲਾ ਗੁਣ ਸੰਤ ਦਾ ਇਹ ਹੈ ਕਿ ਸ਼ਾਂਤੀ ਸਰੂਪ ਹੈ, ਸ਼ਾਂਤ ਸੁਭਾਅ ਵਾਲਾ ਹੈ। ਤੇ ਦੂਜਾ ਅੱਖਰ ਹੈ ਤੱਤਾ। ਤੱਤੇ ਤੋਂ ਭਾਵ ਹੈ ਕਿ ਉਹ ਤ੍ਰਿਸ਼ਨਾ, ਤਮਾ। ਤੇ ਸੰਤ ਜਨਾਂ ਦੇ ਵਿੱਚੋਂ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਤਮਾ ਮੁੱਕ ਜਾਂਦੀ ਹੈ। ਉਸ ਮਾਲਕ ਦੀ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜੋ ਸਾਡੇ ਕਰਮਾਂ ਵਿੱਚ ਲਿਖਿਆ ਫਲ ਵਿਧਾਤੇ ਨੇ, ਉਹ ਸਮੇਂ ਸਮੇਂ ਅਨੁਸਾਰ ਮਾਲਕ ਪ੍ਰਭੂ ਨੇ ਸਾਨੂੰ ਦੇ ਹੀ ਜਾਣਾ ਹੈ। ਤੇ ਇਹ ਗੁਰੂ ਸਵਾਰਿਓ ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ ਹੈ, ਤਮਾ ਨਹੀਂ ਹੈ, ਉਹ ਸ਼ਾਂਤ ਚਿੱਤ ਵਾਲੇ ਹਨ, ਜਿਹਦੇ ਵਿੱਚ ਇਹ ਲੱਛਣ ਨੇ। ਅਸਲ ਵਿੱਚ ਉਹ ਸੰਤ ਜਨ ਹਨ। ਐਸੇ ਸੰਤ ਜਨਾਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ, ਪੂਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਉ। ਸੰਤਨ ਸਿਉ ਮੇਰਾ ਲੇਵਾ ਦੇਵੀ,
संतन स्यों व्यवहारा, संतन स्यों हम लाहा खाटिया, हर भगत भरे भंडारा। संतन मोको पूंजी सौंपी, तो उतरिया मन का धोखा। धर्म राय अब कहाँ करे गो, जो फाट्यो सगलो लेखा। महा आनंद भय सुख पाया, संतन कै प्रसादे। कहो नानक हर स्यों मन मानिया, रंग रते विसमादे। ये संत जनां दी परिभाषा गुरु साहबान ने बयान की है। हुण रब दे प्यारे संत जन सतगुरु पहली उदाहरण दे के समझाते ने। कहते जिस तरह दरख्त नूं कट्टिया, कट्टण वाला कट के लै गया, उहदे टुकड़े कर दिते गए। कि संत जन ने कहते वो दरख्त ने मन विच रोस नहीं किया। अगों कहते उस दरख्त ने, उस लकड़ ने कहते वो जिहड़ा कट्टण वाला उहदे कारज सवार दिते, उहदा घर दा फर्नीचर बन गया, बूहे बारियां बन गईयां, होर अनेकां प्रकार के काम सन, वो सारे काम सवर गए। इहदे इसे तरह जिहड़े रब दे प्यारे संत जन हन, चाहे उन्हां दे शरीर के टुकड़े टुकड़े कर दिते जाण, चाहे उन्होंने कोई गाली गलोच करे, उन्होंने दी शान के खिलाफ बोले, वो संत जन फिर भी गुरु सिर परोपकारी हुंदे ने, वो भला ही करते हैं। किवें भला करते ने? जे आपां गुरु नानक पातशाह तो लैके धन गुरु गोबिंद सिंह महाराज तक सिखां दा इतिहास पढ़िए ना, तो गुरु का एक एक सिख संत सी। पुरातन सिखां दी आपां गल करिए, एक एक सिख संत, एक एक सिख महात्मा। दशमेश पिता दे समय एक सिंह जिहड़ा निता प्रति सतगुरां दे दर ते हाज़रियां भरदा, सुबह ते शाम, ते वध तो वध समा घोड़ियां दे तबेले विच जाके गुजारदा। घोड़ियां नूं निहारी देनी, घोड़ियां दा इशनान कराना, टहल सेवा करनी, घोड़ियां दी लिद्दा सामभणियां, हर समय नाले मुखों गुरु गुरु जपना, सतगुर दे चरनां च अरजोइयां अरदासां बेनतियां करनियां, नाले गुरु सवारिओ ये सेवा करनी है। हुण जदों लिद्दां चुकणियां, घोड़ियां निहारी देनी है, तो वस्त्र खराब तो होने ही है। सारा दिन जिहड़े वस्त्र ने पसीने नाल भिजे रहने, घोड़ियां दी लिद्द वस्त्रां नूं लग जानी, लिपड़े हुए वस्त्र होने। पर गुरु कलगीधर पातशाह नाल बड़ा प्रेम, दिन रात सतगुरु याद करदा, ते सतगुरु भी सिख नाल बड़ा प्रेम करते हैं। जो सतगुरु पातशाह महाराज जदों घोड़ियां दे तबेले वाल जद के ते सिख मिल जाए रास्ते विच, ते कलगीधर पातशाह महाराज खलो जाते ने। खलो के सतगुरु पातशाह महाराज जी इस सिख नूं अपनी गल बकड़ी च लैंदे ने, प्यार करते हैं। सिख दा हाल चाल पुछदे, सिंघा तेरा की हाल है, गल बकड़ी विच लैना, प्यार करना। तो हुण जिथे जिथे गुरु दशमेश पिता महाराज इस सिंह नूं प्यार करदे, जिहड़े सतगुर दे नाल दे सिंह सी ना, वो ईरखा करन लग पे कि साडे चिट्टे वस्त्र, साफ सुथरे वस्त्र पहने हुए हैं, असी हर समय सतगुरु दशमेश पिता महाराज दे नाल रहिंदे हैं, जिथे सतगुरु जांदे असी सतगुरु दे नाल हुंदे हैं। जिहो जिहा प्रशादा सतगुरु छकदे उहो जिहा असीं छकदे हां, संगत असीं माणदे हां, पर प्रेम सतगुरु इस लिबड़े हुए सिख नूं करदे ने। कहंदे इन्हां दे ईरखा वस हो के एक दिन वो सिंह नूं घेरिया ते बड़ा कुटिया, बड़ी मार मारना कीती। जदों मार वजी है ते ये सिंह चुप करके ये मार सहंदा रहा। सवेरे वेले गुरु कलगियां वाले पातशाह महाराज दीवान सजे ने। हुण सिंह गुरु सवारिओ ये सतगुर की हजूरी में पहुँचे आ, ते सिंह बराग कर रहा, नेत्रां विचों हंझू डिग रहे ने।
ਹੁਣ ਅੰਤਰਜਾਮੀ ਸਤਿਗੁਰੂ ਸਭ ਕੁਝ ਜਾਣਦੇ ਨੇ ਕਿ ਪਤਾ ਹੈ ਕਿਹੜੀ ਘਟਨਾ ਵਾਪਰੀ ਹੈ। ਅੰਤਰਜਾਮੀ ਸਤਿਗੁਰੂ ਚੋਜੀ ਪ੍ਰੀਤਮ ਪਾਤਸ਼ਾਹ ਉਹ ਸਿੰਘ ਨੂੰ ਪੁੱਛਦੇ, ਸਿੱਖਾ ਕੀ ਹਾਲ ਹੈ? ਅੱਜ ਤੂੰ ਬੜਾ ਬਰਾਕ ਕਰ ਰਿਹਾ, ਕੀ ਗੱਲ ਹੈ? ਤੇਰੇ ਚਿਹਰੇ ਉੱਤੇ ਨਿਸ਼ਾਨ ਕਿਵੇਂ ਪਏ ਹੋਏ ਨੇ? ਦੱਸ ਕੀ ਹੋਇਆ ਹੈ? ਤੇ ਅੱਗੋਂ ਉਹ ਸਿੰਘ ਆਖੇ ਕਿ ਪਾਤਸ਼ਾਹ ਕੁਝ ਨਹੀਂ ਹੋਇਆ, ਬਸ ਆਪ ਜੀ ਦਾ ਹੁਕਮ ਆਪ ਜੀ ਦੀ ਰਜ਼ਾ ਵਿੱਚ ਹੈ। ਸਤਿਗੁਰੂ ਕਹਿੰਦੇ, ਦੱਸ ਭਾਈ ਸਿੰਘਾ ਗੱਲ ਕੀ ਹੈ? ਜੋ ਸਤਿਗੁਰੂ ਪੁੱਛ ਰਹੇ ਨੇ ਤੇ ਸਤਿਗੁਰੂ ਖੀਰ ਤੇ ਕਿ ਤੈਨੂੰ ਦੱਸ ਕਿਹਨੇ ਮਾਰਨਾ ਕੀਤਾ ਹੈ, ਕਿਹਨੇ ਤੈਨੂੰ ਮਾਰਿਆ ਹੈ? ਜਦੋਂ ਮਾਰਨ ਦੀ ਗੱਲ ਆਈ ਤੇ ਸਿੰਘ ਫਿਰ ਵੀ ਕਹਿੰਦਾ, ਪਾਤਸ਼ਾਹ ਕਿਸੇ ਨੇ ਨਹੀਂ ਮਾਰਿਆ। ਤੇ ਜਦੋਂ ਇਸ ਤਰ੍ਹਾਂ ਆਖਿਆ ਤੇ ਗੁਰੂ ਸਵਾਰਿਓ ਸਤਿਗੁਰੂ ਕਹਿਣ ਲੱਗੇ, ਸਿੰਘੋ ਤੁਹਾਡੇ ਵਿੱਚੋਂ ਕਿਸੇ ਨੇ ਨੂੰ ਸਿੱਖ ਨੂੰ ਮਾਰਨਾ ਕੀਤਾ ਹੈ, ਦੱਸੋ ਕਿਹਨੇ ਇਹ ਗਲਤੀ ਕੀਤੀ ਹੈ। ਹੁਣ ਗੁਰੂ ਦੇ ਬਚਨ ਸੀ, ਜੋ ਸਿੰਘਾਂ ਜਿਹੜੇ ਜਿਨ੍ਹਾਂ ਨੇ ਮਾਰਨਾ ਇਕੱਠੇ ਹੋ ਕੇ ਕੁੱਟਿਆ ਸੀ, ਉਹ ਸਾਰੇ ਨੀਵੀਂ ਪਾ ਕੇ ਸਤਿਗੁਰੂ ਦੇ ਸਾਹਮਣੇ ਖਲੋ ਗਏ ਕਿ ਪਾਤਸ਼ਾਹ ਇਹ ਗਲਤੀ ਸੱਤ ਹੋਈ ਹੈ, ਅਸੀਂ ਦੋਸ਼ੀ ਹਾਂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕਿਉਂ ਤੁਸੀਂ ਮਾਰਨਾ ਕੀਤਾ? ਕਹਿਣ ਲੱਗੇ, ਪਾਤਸ਼ਾਹ ਜੀ ਸਾਡੇ ਮਨ 'ਚ ਈਰਖਾ ਪੈਦਾ ਹੋ ਗਈ ਸੀ ਕਿ ਸਾਡੇ ਚਿੱਟੇ ਵਸਤਰ, ਸਾਫ ਸੁਥਰੇ ਵਸਤਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਗੁਰੂ ਜਦੋਂ ਆਪ ਜੀ ਆਉਂਦੇ ਹੋ ਤੇ ਇਸ ਲਿਬੜੇ ਹੋਏ ਸਿੱਖ ਨੂੰ ਜੱਫੀ ਪਾ ਲੈਂਦੇ ਹੋ ਘੁੱਟ ਕੇ। ਤੇ ਪਾਤਸ਼ਾਹ ਜਿਸ ਕਰਕੇ ਈਰਖਾ ਵਸ ਹੋ ਕੇ ਅਸੀਂ ਇਹਨੂੰ ਮਾਰਨਾ ਕੀਤਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਭਾਈ ਇਹ ਜਿਹੜਾ ਸਿੰਘ ਹੈ ਨਾ, ਇਹ ਬਾਹਰੋਂ ਵਸਤਰ ਦੇ ਲਿਬੜੇ ਹੋਏ ਨੇ, ਬਾਹਰੋਂ ਲਿਬੜਿਆ ਤਿਬੜਿਆ ਰਹਿੰਦਾ ਏ ਤੇ ਅੰਦਰੋਂ ਬਿਲਕੁਲ ਇਹ ਸ਼ੁੱਧ ਹੈ। ਇਹਦੇ ਮਨ ਵਿੱਚ ਬਿਲਕੁਲ ਕਿਸੇ ਦੇ ਪ੍ਰਤੀ ਈਰਖਾ ਨਹੀਂ ਹੈ, ਬਿਲਕੁਲ ਇਹਦੇ ਅੰਦਰ ਮੈਲ ਨਹੀਂ ਹੈ, ਇਹ ਸ਼ੁੱਧ ਹੈ। ਸਤਿਗੁਰੂ ਕਹਿਣ ਲੱਗੇ, ਸਿੰਘਾ ਦੱਸ ਇਹ ਦੋਸ਼ੀ ਨੇ, ਇਹ ਪਕੜੇ ਗਏ ਨੇ, ਦੱਸ ਇਹਨਾਂ ਨੂੰ ਕੀ ਸਜ਼ਾ ਦੇਣਾ ਕਰੀਏ? ਜੋ ਤੂੰ ਆਖੇਗਾ ਉਹ ਸਜ਼ਾ ਦਿੱਤੀ ਜਾਵੇਗੀ। ਹੁਣ ਪਰਉਪਕਾਰੀ ਸੰਤ ਜਨਾਂ ਦਾ ਸੁਭਾਅ, ਗੁਰਮੁਖਾਂ ਦਾ ਸੁਭਾਅ। ਤੇ ਸਿੰਘ ਨੇ ਹੱਥ ਜੋੜੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੇ ਤਰੁੱਠੇ ਹੋ ਨਾ, ਇਹਨੂੰ ਸਜ਼ਾ ਦੇਣ ਦੀ ਗੱਲ ਕਰਦੇ ਹੋ ਨਾ, ਤੇ ਸਤਿਗੁਰੂ ਸਜ਼ਾ ਤਾਂ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੱਤਾ। ਮੈਨੂੰ ਤਾਂ ਇਹ ਹੈ ਕਿ ਮਾਰਨ ਵਾਲੇ ਵੀ ਆਪ ਜੀ ਹਨ, ਛੁਡਾਉਣ ਵਾਲੇ ਵੀ ਆਪ ਜੀ ਹਨ। ਜਦੋਂ ਇਹ ਮਾਰਦੇ ਸੀ ਮੈਨੂੰ ਇਹਨਾਂ ਵਿੱਚ ਸਤਿਗੁਰੂ ਆਪ ਜੀ ਦਿਖਾਈ ਦਿੰਦੇ ਸੀ। ਮੈਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਮੇਰੇ ਤੋਂ ਕੋਈ ਗਲਤੀ ਹੋਈ ਹੈ, ਮੈਂ ਕੋਈ ਗੁਨਾਹ ਕੀਤਾ ਹੈ, ਜਿਸ ਗੁਨਾਹ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੈਨੂੰ ਮਾਰ ਰਹੇ ਨੇ, ਕੁੱਟ ਰਹੇ ਨੇ, ਮੈਨੂੰ ਸਜ਼ਾ ਦੇ ਰਹੇ ਨੇ। ਤੇ ਸਤਿਗੁਰੂ ਛੁਡਾਉਣ ਵਾਲੇ ਵੀ ਆਪ ਜੀ ਦਇਆ ਆ ਗਈ ਤੇ ਛੱਡ ਕੇ ਚਲੇ ਗਏ। ਤੇ ਸਤਿਗੁਰੂ ਮੈਨੂੰ ਤਾਂ ਕੋਈ ਦਿਖਾਈ ਨਹੀਂ ਦਿੱਤਾ, ਮੈਨੂੰ ਤਾਂ ਇਹਨਾਂ ਵਿੱਚ ਆਪ ਜੀ ਦਿਖਾਈ ਦਿੰਦੇ ਨੇ। ਇਹ ਦੂਜੀ ਗੱਲ ਆ, ਸਤਿਗੁਰੂ ਆਪਣੇ ਪੁੱਛਿਆ ਕਿ ਇਹਨੂੰ ਸਜ਼ਾ ਕੀ ਦਿੱਤੀ ਜਾਵੇ? ਸਤਿਗੁਰੂ ਮੇਰੇ ਭਰਾ ਨੇ, ਭਰਾਵਾਂ ਦਾ ਆਪਸ ਝਗੜਾ ਹੁੰਦਾ ਏ, ਤੇ ਇਹਦਾ ਮਤਲਬ ਇਹ ਨਹੀਂ ਕਿ ਭਰਾਵਾਂ ਨੂੰ ਸਜ਼ਾ ਦਿੱਤੀ ਜਾਵੇ। ਕਹਿਣ ਲੱਗੇ ਸਤਿਗੁਰੂ ਜੇ ਤਰੁੱਠੇ ਹੋ ਨਾ, ਕਿਰਪਾ ਕਰਕੇ ਇਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਣਾ ਕਰੋ, ਸਿੱਖੀ ਦੀ ਦਾਤ, ਇਹਨਾਂ ਦਾ ਭਲਾ ਕਰੋ। ਜੋ ਸਤਿਗੁਰ ਦੇ ਸਨਮੁਖ ਉਹ ਸਿੱਖ ਨੇ ਇਹ ਬੇਨਤੀ ਕੀਤੀ, ਜਿਹੜੇ ਗੁਰੂ ਸਰੇ ਇਹਦੇ ਨਾਲ ਈਰਖਾ ਕਰਦੇ ਸਨ, ਉਹਨਾਂ ਦੀ ਈਰਖਾ ਆਪਣੀ ਆਪ ਅੰਦਰੋਂ ਦੂਰ ਹੋ ਗਈ ਕਿ ਅਸੀਂ ਤਾਂ ਐਵੇਂ ਹੀ ਇਹਦਾ ਲੜੀ ਜਾ ਰਹੇ, ਝਗੜੀ ਜਾ ਰਹੇ ਹਾਂ। ਇਹ ਤਾਂ ਪਰਉਪਕਾਰੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇ ਇਹ ਸਿੰਘ ਨੇ ਸਾਡੀ ਸ਼ਿਕਾਇਤ ਨਹੀਂ ਕੀਤੀ। ਅਸੀਂ ਪਕੜੇ ਗਏ ਪਰ ਫਿਰ ਵੀ ਸਤਿਗੁਰਾਂ ਵਾ ਸਾਨੂੰ ਛੁਡਾ ਲਿਆ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਵਿੱਚ ਤੇ ਇਹਦੇ ਵਿੱਚ ਇਹ ਫਰਕ ਹੈ। ਤੁਸੀਂ ਪੁੱਛੇ, ਤੁਹਾਡੇ ਮਨ ਸ਼ੰਕਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਲਿਬੜੇ ਹੋਏ ਸਿੱਖ ਨੂੰ ਜਾ ਕੇ ਜੱਫੀ ਪਾਉਂਦੇ ਨੇ, ਗੱਲ ਬੱਕੜੀ 'ਚ ਲੈਂਦੇ ਨੇ, ਸਾਨੂੰ ਨਹੀਂ, ਅਸੀਂ ਸਤਿਗੁਰ ਦੇ ਨਾਲ ਰਹਿੰਦੇ ਹਾਂ। ਕਹਿਣ ਲੱਗੇ ਬਸ ਇੰਨਾ ਕੁ ਅੰਤਰ ਹੈ, ਇਹ ਪਰਉਪਕਾਰੀ ਹੈ। ਤੇ ਤੁਹਾਡੇ ਅੰਦਰ ਹਾਲੇ ਸੰਗਤ ਸਾਡੀ ਮੰਨਦੇ ਹੋ ਪਰ ਅੰਦਰ ਈਰਖਾ ਹੈ, ਈਰਖਾ ਬਸ ਹੋ ਕੇ ਤੁਸੀਂ ਜਿਸ ਕਰਕੇ ਸਾਡੇ ਨਾਲ ਬਿੱਤ ਤੁਹਾਡੀ ਬਣੀ ਹੋਈ ਹੈ। ਇਹ ਅੰਦਰੋਂ ਈਰਖਾ ਨੂੰ ਤਿਆਗੋ। ਪਰਉਪਕਾਰ ਸਾਡਾ ਸਿੱਖ ਪਰਉਪਕਾਰ, ਰੱਬ ਦੇ ਪਿਆਰੇ ਸੇ ਪਰਉਪਕਾਰੀ ਨੇ, ਤੇ ਅਸੀਂ ਆਪਣੇ ਸਿੱਖਾਂ 'ਚ ਇਹ ਪਰਉਪਕਾਰ ਵਾਲੇ ਗੁਣ ਪੈਦਾ ਕਰਨਾ ਚਾਹੁੰਦੇ ਹਾਂ। ਜਦੋਂ ਤੱਕ ਇਹ ਪਰਉਪਕਾਰ ਵਾਲੇ ਗੁਣ ਪੈਦਾ ਨਹੀਂ ਹੁੰਦੇ
तो उदों तक गुरु सवारे उस मालक की किरपा के आप पात्र नहीं बनांगे। 3 प्रकार के काम मन्ने गए। एक होंदा कार, एक होंदा उपकार, एक होंदा परोपकार। कार जिहड़ी आपां 10 नूहां की किरत करते हैं, अपने परिवार की पालना पोषणा हित, इनू आपां कहंदे कार करनी, किरत करनी। दूजा दा उपकार। उपकार तो भाव है जो असी किसी का भला करना। मानो तुसी मैनू जानदे, मैं तुहानू जानदा हाँ, मेरे उत्ते कोई विपता का समा आ गया, मैं तुसी मेरी मदद करदे आ, तुहाडे उत्ते आए तो मैं मदद कर, आपां एक दूजे जानते हाँ, एक दूजे नूं जानदे होण करके एक दूजे की मदद विच आ गए। इहनूं कहंदे ने उपकार, कि फलाणे उत्ते उपकार करता, गुआढ़ी ने गुआढ़ी उत्ते उपकार कर दिता, उहदी फलाणे समय मदद कीती है। तीजा हुंदा परोपकार, कि एक दूजे नूं जानदी भी ना होईए ते फिर उहदे उत्ते उहदे उत्ते दया करके उहदा भला कर देना। ये गुण सतगुरु ने अपने खालसे विच पैदा कीते ने। खालसा परोपकारी है। जो हिंदुआं दियां बेटियां, हिंदुस्तान दियां बहु बेटियां गजनी दे बाजार टके टके दे भाव बेचियां जांदियां सन, ते उदों यही गुरु सवारे अबदाली जैसे बहु बेटियां लैके जाते, ਸਿੰਘਾਂ ਨੂੰ पता लगता सी कि फलानी थां ते इस तरह बहु बेटियां नूं लैके जा रहे हैं, तो सिंह गुरु सरे रात नूं हमला करते सी। अज ये अखान बन गया ना कि सिखां दा मजाक उड़ाया जाता, सिखां दे 12 बज गए, पर इतिहास है गुरु सरे का। उदों सिंह रात नूं सुत्ते पिया दबोच लैंदे जाके। 12 बजे ਸਿੰਘਾਂ ने हमला करना, हमला करन उपरंत दोषियां नूं सज़ा देनी आ, ते जिहड़ियां बहु बेटियां ने उन्हां दे घर सही सलामत पत इज्जत नाल पहुँचा देना। तो यह इस करके वो कहावत बनी है। ਸਿੰਘਾਂ ਉਹਦੇ ਕਹਿੰਦੇ ਸੀ ਸਿੰਘਾਂ ਦੇ 12 ਵਜ ਕੇ सावधान हो जाओ, तो ਸਿੰਘ आके हमला ना कर देण। रात नूं सुत्ते पे बड़े बड़े जरनैल भी डरदे हुंदे सी कि किते गुरु का खालसा पता नहीं किहड़े समय आके आ जाना, तो रात नूं नींद नहीं उन्होंने लोगों नूं आउंदी सी। ते परोपकार खालसे ने किया। ये नहीं देखा कि हिंदू है, मुसलमान है, या सिख है, या ईसाई है, जैनी है, बोधी है, वो नहीं देखे। उन्हें देखा ये मनुख है, तो मनुखता का भला करना साडे गुरु साहबान ने सानू सिखाया है। तो परोपकार करते रहे गुरु सवारे। इहो जे गुण रब दे प्यारे संत जनां विच भगतां विच हुंदे ने। ते सतगुरु इत्थे बचन करते हैं, कहते शस्त्र तीखण काट डारियो तिलना कीनो दोष। कहते तिखे शास्त्र के राही किसी दरख्त नूं कट्टण वाले ने कट दिता। कहते पर दरख्त ने मन दोष नहीं किया, रोस नहीं किया, गुस्सा नहीं होया दरख्त। काज ओआ को ले सवार, जिहड़ा उस दरख्त नूं कट के लैके चलिया गया ना, उस जीव का कहते अगों जाके कारज सवारता। घर का जिहड़ा साजो समान उस दरख्त राही तैयार हो गया। दरवाजे बन गए, बूहे इस तरह बारियां बन गई, होर फर्नीचर का साजो समान इसे दरख्त दे इसे ही लकड़ दे राही तैयार होया। कहते इस ता तिल मात्र भी कहते उन्होंने अपने मन विच दोष नहीं रोपणा किया उन्हां दे प्रति। भाव उन्होंने माड़ा चंगा नहीं आखिया, बुरा नहीं मनाया उन्हों का, तो अगों कार सवारिया है। कहते इस तरह रब दे प्यारे संत जन ने ना, संत जन भी परोपकारी हैं। चाहे उन्होंने कोई गुरु सवारे मंदा आखे, चाहे उन्होंने कोई बुरा भला आखे, चाहे उन्होंने शान के खिलाफ कोई आखना करे, चाहे उन्होंने कोई सट पहुँचाण मारन की कोशिश करे, तो अगों संत जन परोपकारी ने वो बिल्कुल गुरु सवारे उस मालक की रजा विच रह के, प्रभु की रजा विच रह के अपने जीवन बतीत करते हैं। तो दूसरी उदाहरण दे के हुण सतगुरु समझाते हैं कि होर किहड़े गुण ने संत जनां विच, ते पातशाह जी बख्शिश कर रहे हैं। रहाओ
चरण तलै उगाहे बैस्यो, श्रम ना रह्यो शरीर, महासागर नह व्यापै, खिन्ह उतरियो तीर। हुण सतगुरु जी संत जन की संगत की गल करते हैं। कहते मानो एक मनुख पैदल तुर के आ रहा, बड़ा थकिया हुआ टुटिया होया है। जदों वो दरिया के किनारे समुंदर के किनारे आया तो उदों उस थके हुए ने कहते उस बेड़ी पे जाके वो सवार हो गया। बेड़ी का सहारा मिल गया, उत्थे जाके बैठ गया। तो जिहड़ा शरीर च थकान पैदा हुई सी, शरीर थकिया होया सी, वो कहते थकान फिर दूर हो गई, खत्म हो गई। वो बैठण नूं थां मिल गई, आराम मिल गया शरीर नूं। ते इस तो उल्ट होया कि कहते फिर महासागर नह व्यापै, खिन्ह उतरियो तीर। जिहड़ा एडा वड्डा सागर समुंदर सी, कहते उहदा डर उहदे मन च खत्म हो गया। फिर पता है कि बेड़ी च सवार है, मलाह चला रहा है, तो इस बेड़ी नूं पारले किनारे तो पारले किनारे ये ला देगा। फिर कहते होया भी इस तरह, कहते खिन्ह उतरे, खिण मात्र दे विच तीर पारले किनारे जाके उतर गया, किनारे जाके लग गया। तो सतगुरु कहते इस तरह ही चरण तलै उगाहे वैस्यो, श्रम ना रह्यो शरीर। जदों कोई चल के आवे, थकिया होवे, निराशा हो गया होवे संसार वालों, खोटियां खोटे कर्म कर करके उदास हो जावे, तो संत जनां दी कहते संगत विच आके बैठ जावे। जो संत जनां दी संगत विच आके बैठे तो उत्थे आके फिर रब दे प्यारे संत जनां पासों प्रभु की सिफत, प्रभु की वडियाई श्रवण करे, तो नाम जपते ने संत जन, तो उन्हां पासों भी संगियां नूं भी नाम जपाण ला दिंदे ने। तो इस तरह फिर उन्हें जिहड़ी शरीर की थकान है, जिवें बैठण नाल मुकदी है, इस तरह उन्होंने जो ज्यों ज्यों नाम जपते रहंदे ने, त्यों त्यों उन्हां दे सिर उत्तों पापां दा भार जिहड़ा है वो लथ जांदा है। फिर महासागर नह व्यापै। जिहड़ा महासागर की है, समुंदर, संसार समुंदर, संसार समुंदर का डर उन्होंने नहीं व्यापदा। फिर वो डर तो रहत हो जाते हैं, क्योंकि उन्होंने दे अंदरों फिर ज्यों ज्यों नाम बाणी का अभ्यास करने वाले जिहड़े ने ना, वो नाम जपदे बंदगी करते हैं, संसार समुंदर का डर उन्होंने मन च मुक जाता है। वो बेपरवाह हो के अपने जीवन को बतीत करते हैं। जदों हुण मन विच मौत का डर खौफ खत्म हो गया, तो सतगुरु खिन्ह उतरियो तीर। नाम जपण दे नाल कहंदे फिर जिहड़ा संसार समुंदर तो कहंदे वो जीव तरदा है। तो इस तरह कहते फिर वो पारले किनारे जाके लगता, भाव उहदा वो परलोक भी सबर जाता है। ये लोक सुखी ते परलोक सहेले हो जाता है। इन्ना फल है संत जनां दी संगत करन दा। जे संत जन गुरु सवारियो आप नाम जपदे ते लोकाई नूं नाम जपाउंदे हन। भगत कबीर साहबान जी नूं पुछो, कबीर साहबान जी बचन करते ने, कहते ने कबीर संतन की झुंगिया भली, पाठक सती गाओ, आग लगो ते धौल हर, जिह नाही हर को नाम। भगत जी कहते ने संत जनां दी जिहड़ी झुंगी आ भली, छपरी झुंगी ते छपरी, वो झुंगी वो छपरी जिहड़े संत जन कुटिया विच रह रहे ने, वो भली है, चंगी है। क्यों चंगी है? क्योंकि उत्थे बैठ के संत जन रब का नाम जपते ने, बंदगी करते हैं। कहते आग लगो ते धौल हर, जिह नाही हर को नाओ। बड़े बड़े महल उसारे हुए ने, महल माड़ियां विच रह रहा जीव, जे उत्थे बैठ के कहते परमात्मा का शुकर नहीं करता, नाम नहीं जपदा, कहते एक तरह वो उत्थे अग लगी हुई है। काहदी अग?
विकारां दी अग, तृष्णा दी अग, माया दी अग, ये अग लगी हुई है। उत्थे हर समय दिन रात वो सड़ते ने बलते हैं। तो संत जनां दे कोल बैठ के नाम चेते आंदा, ते संत जन गुरु सरे शांत आत्मा वाले हुंदे हन। तो इस तरह जिहड़े संगत करते हैं फिर वो संसार समुंदर तो तर जाते हैं। चंदन अगर कपूर लेपन, तिस संगे नहीं प्रीत, बिसटा मूतर खोद तिल तिल, मन ना मनी बपरीत। हुण अगली उदाहरण सतगुरु धरती दी दे रहे ने कि धरती दे विच एक गुण है। कहते मानो किसी ने धरती नूं प्रसन्न करने वास्ते धरती उत्ते चंदन का लेपन कर दिता। अगर कपूर का कहते कपूर इत्यादक का छिड़काव किया, चंगी तरह लेपन किया, धरती नूं चंगी तरह लेपन करके अगर चंदन ला के की कहते वो जी धरती वो प्रसन्न हो जाती है, धरती का प्रेम उस जीव नाल वध जाता है। तो भगत जी कहते सतगुरु कहते नहीं, तिस संगे नहीं प्रीत, कहते इस तरह प्रीति नहीं वधदी। फिर कहते जे कोई गंदगी विष्टा पा दवे धरती उत्ते सुट्टे कि धरती फिर गुस्से हुंदी है। कहते विष्टा मूत्र खोद तिल तिल, मल मूत्र विष्टा गंदगी इत्यादक, क्योंकि मनुख नूं धरती साडा सहारा बनिया होया है। जो भी कूड़ा करकट गंदगी विष्टा इत्यादि साडी ये धरती उत्ते जाती है। ते तिल तिल करके कह धरती नूं पुट पुट के डूंघियां डूंघियां नीयां उसार दित्तियां, डूंघे डूंघे कहते इस तरह बेसमेंटां तैयार कर लीआं। कहते धरती फिर कहते फिर दुखी, कहते फिर भी उहदे उल्ट हुई है। कहते नहीं, धरती कहते एक सम रही है। चाहे उहदे उत्ते गंदगी पावे, चाहे विष्टा गंदगी सुट्टे, चाहे उन्होंने चंगी तरह साफ करे, कहते धरती दा एक सम बिरती वाली है। वो किसी दा बुरा नहीं लोचदी है, वो किसी दा माड़ा नहीं करते। इस तरह संत जनां नूं कोई आके गुरु सवारिओ रब दे प्यारे संत जनां नूं कोई आके तिल फुल भेटावां अर्पण करन, अगर चंदन का गुरु सवारिओ छिड़का करन, अनेकां प्रकार के पदार्थ भेटा करन, ते सच जाने जे अंदर प्रीति नहीं ना, प्रेम तो बिना कीते हुए कहते ये सारे कर्म व्यर्थ ने। संत जनां दी कहते फिर उस प्यारे दे प्रीति भी नहीं पैदा होंदी है। वो देखते हैं, वो प्रेम उन्हां नाल करदे ने कि इहदे अंदर किन्नी कुछ सिੱਖੀ है, ये किन्ना कु परोपकार वाले काम करदा, किन्ना कु नाम जपदा, रब नूं चेते करदा। जिहड़े रब नूं चेते करदे ने उन्हां नाल प्रीति वधदी संत जनां दी। चाहे फिर गुरु सरे वो संत जनां दे अगे कोई जिथे संत जन उत्थे गंदगी बिफ्टा दे ढेर ला देण, ते संत जन फिर भी मालक दी रजा समझ के धरती दे वांग गुरु सरे एक सां बिरती रख के हर समय अडोल चित रहिंदे हन। इस तरह की संत जनां दी ये अवस्था है। ऊच नीच विकार सो कृत, सलगन सब सुख छतर, मित्र सतर ना कछु जानै, सर्ब जी समत। अगली उदाहरण पातशाह जी दे रहे ने, कहते संत जनां दी ये सुभाव है। कहते संत जन जिथे कहते ऊच नीच विकार सो कृत, सलगन सब सुख छतर। जिन्ने भी कहते कोई ऊंची जाति वाला है, कोई नीवी जाति वाला है, कोई विकारी पुरुष है, कोई पुण्य करने वाला है, ते आकाश जिहड़ा छत्र का अर्थ है आकाश। आकाश गुरु सरे हर एक नूं छां दिंदा है। पापियां दे सिर उत्ते भी आकाश है ते पुनियां दे सिर उत्ते भी आकाश है। ते इस तरह ही
ਨੀਵੀਂ ਜਾਤ ਵਾਲਿਆਂ ਦੇ ਉੱਤੇ ਵੀ ਆਕਾਸ਼ ਅਤੇ ਉੱਚੀ ਜਾਤ ਵਾਲਿਆਂ ਉੱਤੇ ਵੀ ਆਕਾਸ਼, ਉਹਦਾ ਛਤਰ ਸਾਰਿਆਂ ਉੱਤੇ ਝੂਲ ਰਿਹਾ ਹੈ। ਕਹਿੰਦੇ ਫਿਰ ਇਹ ਨਹੀਂ ਵਿਚਾਰ ਕਰਦੇ ਹੋ, ਮਿੱਤਰ ਸੱਤਰ ਨਾ ਕਛ ਜਾਣੈ ਸਰਬ ਜੀ ਸਮਤ। ਆਕਾਸ਼ ਇਹ ਨਹੀਂ ਸੋਚਦਾ ਕਿ ਮੈਂ ਇੱਥੇ ਵਰਖਾ ਨਹੀਂ ਪਾਣੀ, ਫਲਾਣੀ ਥਾਂ 'ਤੇ ਵਰਖਾ ਪਾਉਣੀ ਹੈ। ਉਹ ਨਹੀਂ ਦੇਖਦਾ ਕਿ ਇਹ ਮਿੱਤਰ ਹੈ, ਸ਼ਤਰੂ ਹੈ, ਅਤੇ ਸਾਰਿਆਂ ਨੂੰ ਇੱਕ ਸਮ ਜਾਣਦਾ। ਉਹਦਾ ਕੰਮ ਹੈ ਜੇ ਸੂਰਜ ਚੜ੍ਹ ਗਿਆ ਤਾਂ ਪ੍ਰਕਾਸ਼ ਦੇ ਦੇਣਾ, ਜੇ ਸੂਰਜ ਡੁੱਬ ਗਿਆ ਤਾਂ ਗੁਰੂ ਸਵਾਰੇ ਫਿਰ ਹਨੇਰਾ। ਇਸ ਤਰ੍ਹਾਂ ਇਹ ਆਕਾਸ਼ ਸਾਰੀਆਂ ਥਾਵਾਂ 'ਤੇ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਰੱਬ ਦੇ ਪਿਆਰੇ ਸੰਤ ਜਨ ਨੇ ਨਾ, ਉਹ ਵੀ ਨਹੀਂ ਦੇਖਦੇ, ਉੱਚੇ ਨੀਵੇਂ ਦੀ ਫਰਕ ਨਹੀਂ ਕਰਦੇ, ਉਹ ਨਹੀਂ ਦੇਖਦੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤਰਲੋਚਨ ਬਾਹਮਣ ਵੀ ਹੈ ਜੋ ਭਗਤ ਜੀ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾਮ ਦੇ ਸ਼ਿੰਬਾ ਵੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤ ਰਵਿਦਾਸ ਸਾਹਿਬਾਨ ਜੀ ਵੀ ਹਨ, ਅਤੇ ਭਗਤ ਨਾਗ ਕਬੀਰ ਸਾਹਿਬਾਨ ਜੀ ਵੀ ਹਨ। ਜੈਦੇਵ ਕੁਲ ਦਾ, ਉੱਚੀ ਕੁਲ ਦਾ ਗੁਰੂ ਸਵਾਰਿਓ ਭਗਤ ਜੈਦੇਵ ਸਾਹਿਬਾਨ ਜੀ ਵੀ ਹਨ। ਸਦਨੇ ਜੈਸੇ ਕਸਾਈ ਨੂੰ ਵੀ ਸਤਿਗੁਰੂ ਨੇ ਥਾਂ ਦੇ ਦਿੱਤੀ ਹੈ। ਭਾਵ ਸਤਿਗੁਰੂ ਨੇ ਅੰਦਰਲਾ ਪ੍ਰੇਮ ਦੇਖਿਆ ਕਿ ਕਿਹੜਾ ਇਹਦੇ ਕਿ ਅੰਦਰੋਂ ਕਿੰਨੇ ਕੁ ਸ਼ੁੱਧ ਨੇ। ਜਿਨ੍ਹਾਂ ਦੇ ਅੰਦਰ ਸ਼ੁੱਧ ਸੀ ਉਹਨਾਂ ਨੂੰ ਸਤਿਗੁਰੂ ਨੇ ਆਪਣੇ ਨਾਲ ਬਿਠਾ ਲਿਆ, ਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਕੀਤਾ। ਕਹਿੰਦੇ ਇਸ ਤਰ੍ਹਾਂ ਸੰਤ ਜਨਾਂ ਦੀ ਨਿਗਾਹ ਦੇ ਵਿੱਚ ਨਾ ਕੋਈ ਮਿੱਤਰ ਹੈ, ਨਾ ਸ਼ਤਰੂ ਹੈ। ਸਾਰੇ ਜੀਅ ਉਹਨਾਂ ਨੂੰ ਇੱਕ ਸਮ ਜਾਪਦੇ ਹਨ, ਇੱਕ ਬਰਾਬਰ ਸਾਰਿਆਂ ਨੂੰ ਸਮਝਦੇ ਹਨ। ਸੀਤ ਮੰਦ ਸੁਗੰਧ ਚੱਲਿਓ, ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ, ਅੰਧਕਾਰ ਵਿਨਾਸ਼, ਪਵਿੱਤਰ ਅਪਵਿੱਤਰ ਹੈ ਕਿਰਨ ਲਾਗੇ, ਮਨ ਨਾ ਭਇਓ ਵਿਖਾਦ। ਸਤਿਗੁਰੂ ਜੀ ਅਗਲੀ ਉਦਾਹਰਣ ਹਵਾ ਦੀ ਦੇ ਰਹੇ ਨੇ, ਸੰਤ ਜਨ ਲੱਛਣ। ਕਹਿੰਦੇ ਜਿਵੇਂ ਕਹਿੰਦੇ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ, ਸੂਰਜ ਦਾ ਪ੍ਰਕਾਸ਼ ਹੋ ਗਿਆ, ਬੜਾ ਤੇਜ਼ ਪ੍ਰਕਾਸ਼ ਹੋਇਆ, ਧਰਤੀ ਉੱਤੇ ਚਾਨਣ ਹੀ ਚਾਨਣ ਹੋ ਗਿਆ। ਅੰਧਕਾਰ ਕਹਿੰਦੇ ਜਿਹੜਾ ਖਤਮ ਹੋ ਗਿਆ, ਸੂਰਜ ਅੱਗੇ ਹਨੇਰਾ ਟਿਕ ਨਹੀਂ ਸਕਦਾ। ਕਹਿੰਦੇ ਜਦੋਂ ਸੂਰਜ ਚੜ੍ਹਿਆ ਨਾ, ਸੂਰਜ ਇਹ ਨਹੀਂ ਦੇਖਦਾ ਇਹ ਪਵਿੱਤਰ ਹਿਰਦੇ ਵਾਲਾ, ਮੈਂ ਇਹਦੇ ਘਰ ਵਿੱਚ ਪ੍ਰਕਾਸ਼ ਕਰਨਾ, ਆ ਪਾਪੀ ਇਨਸਾਨ ਅਪਵਿੱਤਰ ਹੈ, ਇਹਦੇ ਘਰ ਵਿੱਚ ਪ੍ਰਕਾਸ਼ ਨਹੀਂ ਕਰਨਾ। ਕਹਿੰਦੇ ਉਹਦੀਆਂ ਕਿਰਨਾਂ ਸਾਰੀਆਂ ਥਾਵਾਂ 'ਤੇ ਪਹੁੰਚ ਜਾਂਦੀਆਂ ਨੇ, ਚਾਹੇ ਕੋਈ ਮਾੜਾ ਇਨਸਾਨ ਹੈ, ਚਾਹੇ ਕੋਈ ਚੰਗਾ ਹੈ। ਕਹਿੰਦੇ ਇਸ ਤਰ੍ਹਾਂ ਮਨ ਵਿੱਚ ਉਹ ਗੁੱਸਾ ਨਹੀਂ ਹੁੰਦਾ ਦੇਖ ਕੇ, ਕਿਉਂਕਿ ਇੱਕ ਤਰ੍ਹਾਂ ਜਿਹੜਾ ਸੂਰਜ ਹੈ, ਸੂਰਜ ਪਰਮਾਤਮਾ ਦੇ ਹੁਕਮ ਵਿੱਚ ਚੜ੍ਹਦਾ ਅਤੇ ਪਰਮਾਤਮਾ ਦੇ ਹੁਕਮ ਵਿੱਚ ਇਹ ਅਸਤ ਹੁੰਦਾ ਹੈ। ਸੂਰਜ ਨੂੰ ਪਤਾ ਹੈ ਕਿ ਮੇਰਾ ਕੰਮ ਨਹੀਂ ਇਹ ਦੋਸ਼ ਦੇਖਣੇ, ਜਿਹੜੇ ਕੋਈ ਚੰਗੇ ਮਾੜੇ ਦੀ ਵਿਚਾਰ ਕਰਨੀ, ਇਹ ਪਰਮਾਤਮਾ ਦਾ ਕੰਮ ਹੈ। ਮੇਰੀ ਡਿਊਟੀ ਲਾਈ ਹੋਈ ਹੈ ਕਿ ਤੈਂ ਪ੍ਰਕਾਸ਼ ਦੇਣਾ ਹੈ ਸੰਸਾਰ ਨੂੰ, ਅਤੇ ਮੈਂ ਉਹ ਕੰਮ ਕਰ ਰਿਹਾ। ਮੇਰੇ ਵਿੱਚ ਪ੍ਰਕਾਸ਼ ਤਾਂ ਆ ਰਿਹਾ ਜੇ ਪਰਮਾਤਮਾ ਦਾ ਮੇਰੇ ਉੱਤੇ ਹੱਥ ਹੈ, ਇਹ ਸੂਰਜ ਨੂੰ ਪਤਾ ਹੈ। ਇਸ ਕਰਕੇ ਉਹਦੇ ਗੁਰੂ ਸਵਾਰਿਓ ਉਹ ਹਰ ਸਮੇਂ ਇਹੋ ਜਿਹੀ ਬਿਰਤੀ ਵਾਲਾ ਹੁੰਦਾ ਕਿ ਸਾਰਿਆਂ ਦੇ ਘਰ ਵਿੱਚ ਜਿੱਥੇ ਕਿਰਨਾਂ ਪਹੁੰਚ ਗਈਆਂ ਸੂਰਜ ਦੀਆਂ, ਅਤੇ ਉੱਥੇ ਪ੍ਰਕਾਸ਼ ਹੋਣਾ ਹੀ ਹੈ, ਚਾਹੇ ਕੋਈ ਚੰਗਾ ਇਨਸਾਨ ਹੋਵੇ, ਚਾਹੇ ਮਾੜਾ ਇਨਸਾਨ ਹੋਵੇ। ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਨ ਕੀ ਕਰਦੇ ਨੇ? ਉਹ ਸੰਤ ਜਨ ਪਰਉਪਕਾਰ ਵਾਲਾ ਕੰਮ ਕਰਦੇ, ਸੰਤ ਜਨ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਕਰਦੇ ਹਨ। ਉਹ ਨਹੀਂ ਦੇਖਦੇ ਕਿ ਇਹ ਮਾੜੇ ਹਿਰਦੇ ਵਾਲਾ, ਇਹ ਚੰਗੇ ਹਿਰਦੇ ਵਾਲਾ ਹੈ, ਇਹਦੇ ਆਪਾਂ ਨਾਮ ਦਾ ਜਿਹੜਾ ਛਿੱਟਾ ਮਾਰਨਾ ਹੈ, ਇਹਨੂੰ ਨਾਮ ਦੀ ਦਾਤ ਦੇਣੀ ਹੈ। ਉਹ ਜਪਦੇ ਨੇ, ਗੁਰੂ ਸਾਹਿਬ ਆਪ ਜਪਦੇ ਨੇ, ਆਪ ਜਪੈ ਅਬਰੈ ਨਾਮ ਜਪਾਵੈ। ਉਹ ਲੋਕਾਈ ਨੂੰ ਆਪਣੇ ਨਾਲ ਜੋੜ ਕੇ ਨਾਮ ਜਪਾਉਂਦੇ ਨੇ। ਸੱਜਣ ਠੱਗ ਜੈਸੇ ਨੂੰ ਸਤਿਗੁਰੂ ਨੇ ਉਤਾਰ ਦਿੱਤਾ, ਮਲਕ ਭਾਗ ਨੂੰ ਉਤਾਰਿਆ ਏ, ਦੈਵਲੂਤ ਜਿਹੜਾ ਦੈਨ ਸੀ ਉਹਨੂੰ ਉਤਾਰਨਾ ਕੀਤਾ। ਕਿੰਨਿਆਂ ਦੀ ਗੱਲ ਕਰੀਏ, ਵੱਡੇ ਵੱਡੇ ਜਿਹੜੇ ਪਾਪੀ ਸੀ, ਗੁਨਾਹਗਾਰ ਸਨ, ਉਹਨਾਂ ਦੇ ਕੋਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਏ ਨੇ, ਉਹਨਾਂ ਨੂੰ ਉਪਦੇਸ਼ ਬਖਸ਼ਿਆ, ਅਤੇ ਉਹ ਭੁੱਲੇ ਕੁਰਾਹੇ ਪਿਆ ਨੂੰ ਸਤਿਗੁਰੂ ਜੀ ਨੇ ਰਾਹ ਪਾ ਦਿੱਤਾ। ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹਨਾਂ ਗੁਰਮੁਖਾਂ ਦਾ ਇਹ ਜੀਵਨ, ਸੰਤ ਜਨਾਂ ਦਾ ਜੀਵਨ ਵੀ ਇਹੋ ਜਿਹਾ ਏ। ਉਹ ਕੁਸੰਗੀਆਂ ਨੂੰ ਸਤ ਸੰਗਤ ਕਰਨ ਲਾ ਦਿੰਦੇ, ਉਹਨਾਂ ਦਾ ਭਲਾ ਕਰ ਦਿੰਦੇ ਹਨ, ਬਿਲਕੁਲ ਵੀ ਮਨ ਵਿੱਚ ਕਿਸੇ ਪ੍ਰਕਾਰ ਦਾ ਵਿਖਾਦ ਨਹੀਂ ਕਰਦੇ ਹਨ। ਸੀਤ ਮੰਦ ਸੁਗੰਧ ਚੱਲਿਓ, ਸਰਬ ਥਾਨ ਸਮਾਨ।
जहाँ सा किश तहाँ लाग्यो, तिल न शंका मान। सीत मंद कहते ठंडी ठंडी हवा चली, दरख्तां तो हवा आई ठंडी ठंडी सीत हवा। कहते सगंधी चली है, वो जिहड़ी हवा सी वो बावन चंदन के दरख्त नूं भी जाके छूगी, उत्थों भी सगंधी आई। कहते जिथे तक ये हवा की पहुँच हुई ना, उन्हां थावां ते कहते हवा चल पई ते सारिआं नूं उन्हां हवा देना कीती है। चाहे कोई चंगा सुभाव वाला मनुख सी, चाहे कोई माड़े आचरण वाला मनुख सी, हवा हर एक नूं नसीब हो गई। जहाँ सा किश तहाँ लागे, जिथे कोई बैठा उत्थे जाके हवा लग जावे। कहंदे तिल ना शंका मान, पर हवा अपने मन विच कहंदे तिल मात्र भी ये शंका नहीं मानदी कि ये माड़े सुभाव वाले एक पापी दे कोल मैं क्यों पहुंची आ। ते उहदा हवा का काम है सारिआं नूं ऑक्सीजन देनी, हवा बन्नणी, सारिआं नूं ठंड पहुँचाणी। कहंदे इस तरह रब दे पर संत जन जदों वो संगत करते ने, जदों नाम जपते ने, वो नहीं देखते कि ये जिहड़ा मनुख कि ये मनुख चंगा है या माड़ा है। वो हर एक उत्ते गुरु सारिआं नूं सांझा उपदेश दिंदे ने। जिहड़े उस उपदेश नूं कमा लैंदे ने उन्हां दा जीवन सफला हो जाता है, जिहड़े उपदेश तो गुरुहीणे रह जाते हैं। इस तरह ही वो भटकते रहंदे हन। सुभाए अभाए जो निकट आवे, शीतता का जाए। आप पर का कछ न जान, सदा सहज सुभाए। हुण अखीरली उदाहरण सतगुरु जी अग दी दे रहे हैं कि अग दा काम है साड़ना। जिथे अग साड़दी है तो उत्थे अग गुरु सवारे साडे कारज भी सवारदी है। साडा भोजन प्रशादा इस अग दे नाल तैयार हुंदा है। सियालां दे विच असीं इस अग्नि का सहारा लैके आम तौर पर पिंडां विच चुल्हे वाले जाते हैं, तो इहदा सहारा लैके अपनी जिहड़ी सर्दी है वो दूर करते हैं लोग। तो सतगुरु उदाहरण दिंदे ने, कहंदे ये अग का सुभाव है, अग बली हुई है। कहंदे जिहड़ा कोई नेड़े आके अग दे बैठ गया ना, कहंदे सीत तक आ जाए, चाहे वो चंगा पुरुष है चाहे माड़ा पुरुष है। जिहड़ा अग दे कोल आके बैठ गया, अग नूं सेकण लग पिया, ते सतगुरु कहंदे ने उहदा पाला चलिया जावेगा, उहदी ठंड जिहड़ी सर्दी है वो दूर हो जावेगी। इस तरह आप पर का कछ ना जाणै, सदा सहज सुभाए। परमात्मा दे प्यारे संत जन अपना ते पराया इस तरह मन विच विचार नहीं करते। उन्हां दा सुते सिद्ध पहलां तो ये सुभाव है कि पराए दा भला करना, लोड़वंदां दी सहायता करनी, आप नाम जपना, दूजियां नूं नाम जपाना, प्रभु दे लड़ लाना। ते ये गुरमुखां दा ये जीवन है। चरण शरण सनाथ एह मन, रंग राते लाल। गोपाल गुण नित गाओ नानक, भये प्रभ किरपाल। चरण शरण सनाथ एह मन, जिहड़ा मेरा मन है ना, कहंदे हुण प्रभु परमात्मा दे चरणां विच जुड़ गया ते उहदी प्रभु परमात्मा दी गुरु साहिबान दी शरण तक लई है। जिस करके हुण सनात सहित मालक दे हो गया हुण मेरा मन। ते हुण मेरे मन नूं कहंदे रंग लग गया। किहड़ा रंग लग्गिया? रंग लाते लाल, भगती रूपी मजीठी रंग है गुरु सवारियो। दो रंगां दी गल सतगुरु जी ने वर्णन की है गुरबाणी विच, एक कुसुंबे दा रंग, एक मजीठी रंग। कुसुंबे दा रंग महकी पदार्थां लई वरतिया गया, जिवें महकी अज माया है कल नूं गुरु सवारियो खत्म हो जाती है, किसी कोल टिके नहीं रहिंदी है। कई बारी ऐसा होंदा बड़े जिहड़े अमीर ने वो गरीब बन जाते हैं ते गरीब गुरु सारे अमीर हो जाते हैं। ये खेडां ने परमात्मा की, पता नहीं किहदे उत्ते कदों बख्शिश हो जानी है।
ਤੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਹੈ ਮਜੀਠੀ ਰੰਗ, ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ। ਜਦੋਂ ਲਾਲ ਰੰਗ, ਜਿਹਨੂੰ ਲਾਲ ਰੰਗ ਤਿਸ ਕੋ ਲੱਗਾ ਸੋਈ ਵੱਡ ਭਾਗਾ, ਉਹ ਰੰਗ ਚੜ ਗਿਆ। ਕਹਿੰਦੇ ਉਹ ਮੇਰੇ ਮਨ ਨੂੰ, ਕਹਿੰਦੇ ਇਹੋ ਮਨ ਰੰਗ ਰਾਤੇ ਲਾਲ, ਸਨਾਤ ਇਹੋ ਮਨ ਰੰਗ ਰਾਤੇ ਲਾਲ। ਕਿਉਂਕਿ ਲਾਲ ਉਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਮੇਰਾ ਜਿਹੜਾ ਮਨ ਹੈ ਰਾਤੇ ਤਦਾਕਾਰ ਹੋ ਗਿਆ ਹੈ। ਮੈਂ ਮਾਲਕ ਦੀ ਚਰਨ ਸ਼ਰਨ ਤੱਕਣਾ ਕੀਤੀ ਹੈ। ਹੁਣ ਮੈਂ ਸਹਿਤ ਮਾਲਕ ਦੇ ਹੋਇਆ ਹਾਂ। ਗੋਪਾਲ ਗੁਣ ਨਿਤ ਗਾਓ ਨਾਨਕ, ਨਾਨਕ ਗੁਰੂ ਕਰਦੇ ਨੇ। ਕਹਿੰਦੇ ਭਾਈ ਮੈਂ ਨਿੱਤਾ ਪ੍ਰਤੀ ਹੀ ਆਪਣੀ ਰਸਨਾ ਦੇ ਰਾਹੀਂ ਗੋਪਾਲ, ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ, ਗੋ ਦਾ ਅਰਥ ਹੈ ਧਰਤੀ, ਪਾਲ ਦਾ ਅਰਥ ਹੈ ਪਾਲਣਾ, ਧਰਤੀ ਦੀ ਪਾਲਣਾ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ ਉਹਦੇ ਨਿੱਤਾ ਪ੍ਰਤੀ ਨਾਨਕ ਗੁਣ ਗਾਉਂਦਾ ਹੈ। ਜਦੋਂ ਮੈਂ ਨਾਨਕ ਨੇ ਗੁਣ ਗਾਏ, ਕਹਿੰਦੇ ਭਏ ਪ੍ਰਭ ਕਿਰਪਾਲ, ਪ੍ਰਭੂ ਪਰਮਾਤਮਾ ਮੇਰੇ ਉੱਤੇ ਕਿਰਪਾਲੂ ਹੋ ਗਿਆ, ਕਿਰਪਾ ਦੇ ਘਰ ਵਿੱਚ ਆ ਗਿਆ, ਮੇਰੇ ਉੱਤੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ, ਮੈਨੂੰ ਨਾਮ ਦੀ ਖੁਮਾਰੀ ਬਖਸ਼ੀ ਹੈ। ਇਹ ਗੁਰੂ ਸਵਾਰਿਓ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਚਰਨ ਸਰਣ ਸਨਾਤ ਇਹੋ ਮਨ ਰੰਗ ਰਾਤੇ, ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ।